ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਊਟਲੁੱਕ ਆਈਐਸ ਵਿੱਚ। ਮੇਰੇ ਇਸ ਇਨੀਸ਼ੀਏਟਿਵ ਨੂੰ ਨਿਊਜ਼ਪੇਪਰ ਡਿਸਕਸ਼ਨ ਇਨੀਸ਼ੀਏਟਿਵ ਨੂੰ ਸਪੋਰਟ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅੱਜ ਅਸੀਂ 30th of December 2020 ਦਾ ਨਿਊਜ਼ਪੇਪਰ ਡਿਸਕਸ ਕਰਾਂਗੇ। ਚਲੋ ਡਿਸਕਸ਼ਨ ਸਟਾਰਟ ਕਰਦੇ ਹਾਂ। The very first news is new strain reaches India, 6 UK returnees positive। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ COVID-19 ਦਾ ਇੱਕ ਨਿਊ ਸਟ੍ਰੇਨ ਮਤਲਬ ਨਵਾਂ ਇੱਕ ਵੇਰੀਐਂਟ ਜੋ ਮੋਡੀਫਾਈਡ ਵਰਜ਼ਨ ਹੈ COVID-19 ਦਾ ਉਹ UK ਵਿੱਚ ਮਿਲਿਆ ਸੀ ਕੁਝ ਦਿਨ ਪਹਿਲਾਂ। ਤੇ ਹੁਣ ਜਿਵੇਂ ਯੂਕੇ ਦੀਆਂ ਫਲਾਈਟਸ ਇੰਡੀਆ 'ਚ ਆ ਰਹੀਆਂ ਜਾਂ ਆਲ ਓਵਰ ਦ ਵਰਲਡ ਟਰੈਵਲ ਕਰ ਰਹੇ ਨੇ ਕਾਫੀ ਸਿਟੀਜ਼ਨਸ ਤੇ ਉਹਨਾਂ ਤੇ ਕਾਫੀ ਰੋਕ ਲਗਾਈ ਜਾ ਰਹੀ ਹੈ ਐਂਡ ਉਸ ਟ੍ਰੇਨ ਨੂੰ ਫਾਈਂਡ ਆਊਟ ਕਰਨ ਲਈ ਹੋਰ ਨਵੇਂ ਮੈਥਡਸ ਵੀ ਇਵੋਲਵ ਹੋ ਰਹੇ ਨੇ ਟਾਈਮ ਟੂ ਟਾਈਮ। ਹੁਣ ਅਸੀਂ ਇਹ ਵੀ ਦੇਖਣਾ ਹੈ ਕਿ ਜੋ ਨਿਊ ਸਟ੍ਰੇਨ ਹੈ ਉਹ ਵੈਸੇ COVID-19 ਤੋਂ ਕਿੱਥੇ ਡਿਫਰੈਂਟ ਹੈ। ਤੇ ਦੇਖੋ ਫਰੈਂਡਸ, ਇਹ ਮਿਊਟੈਂਟ ਕੋਰੋਨਾ ਵਾਇਰਸ ਹੈ। ਮਿਊਟੈਂਟ ਔਰ ਮਿਊਟੈਂਸੀ ਦਾ ਐਗਜ਼ੈਕਟਲੀ ਮਤਲਬ ਕੀ ਹੁੰਦਾ ਹੈ? ਚੇਂਜ ਇਨ ਦ ਜੈਨੇਟਿਕ ਸੀਕੁਐਂਸ। ਜੈਨੇਟਿਕ ਕਿਸੇ ਵੀ ਇੱਕ ਬੋਡੀ ਦੀ ਜੈਨੇਟਿਕਸ ਦੀ ਜੇਕਰ ਅਸੀਂ ਗੱਲ ਕਰਦੇ ਹਾਂ ਤੇ ਅਸੀਂ ਦੋ ਟਰਮਸ ਤੋਂ ਵਾਕਿਫ ਹੋਣੇ ਚਾਹੀਦੇ ਹਨ, ਜਿਵੇਂ ਕਿ DNA ਐਂਡ RNA। ਤੇ ਜੇ ਅਸੀਂ COVID-19 ਦੇ ਵਾਇਰਸ ਦੀ ਗੱਲ ਕਰੀਏ ਤੇ ਇਟ ਇਜ਼ RNA ਬੇਸਡ। ਇਸ ਦੀ ਜੈਨੇਟਿਕ ਜੋ ਹੈ ਉਹ RNA ਬੇਸਡ ਹੈ ਤੇ ਇਸ ਦਾ ਹੋਰ ਵੀ ਇਸ ਨੂੰ ਬੋਲਿਆ ਜਾਂਦਾ ਹੈ, ਇਸ ਦਾ ਹੋਰ ਵੀ ਨਾਮ ਹੈ N501Y। ਤੇ ਤੁਹਾਨੂੰ ਵੀ ਪਤਾ ਹੈ ਕਿ ਇਹਦੀ ਜੋ ਪ੍ਰੋਟੀਨ ਹੈ ਉਹ ਸਪਾਈਕਸ ਦੇ ਫਾਰਮ ਦੇ ਵਿੱਚ ਸਾਨੂੰ ਦਿਖਦੀ ਹੈ। ਮਤਲਬ the shape of the virus is like this, right? So these spikes are holding the protein. So ਇਸ ਪ੍ਰੋਟੀਨ ਜੋ ਸਪਾਈਕਸ ਹੈ ਇਹਨਾਂ ਵਿੱਚ ਥੋੜੀ ਬਹੁਤੀ ਇੱਕ ਅੱਧੇ ਐਲੀਮੈਂਟ ਤੇ ਮਿਊਟੇਸ਼ਨ ਪਾਈ ਜਾ ਰਹੀ ਹੈ ਔਰ ਜੋ ਮੈਡੀਸਿਨਸ ਅਸੀਂ ਬਣਾ ਰਹੇ ਸੀ ਉਹਨਾਂ ਦੀ ਵੀ ਇਸ ਪੇਸ਼ੈਂਟਸ ਉੱਤੇ ਜੋ ਕਿ ਨਵੇਂ ਮਿਊਟੇਡ ਵਾਇਰਸ ਦੇ ਚਪੇਟ ਵਿੱਚ ਆ ਗਏ ਨੇ ਉਹਨਾਂ ਦੇ ਉੱਤੇ ਵੀ ਟ੍ਰੀਟਮੈਂਟ ਚੱਲ ਰਹੀ ਹੈ। ਸੋ ਦੀਸ ਥਿੰਗਸ ਆਰ ਐਕਚੁਅਲੀ ਇਵੋਲਵਿੰਗ ਔਰ ਸਾਨੂੰ ਹੋਰ ਵੀ ਟਾਈਮ ਟੂ ਟਾਈਮ ਇਹਨਾਂ ਬਾਰੇ ਪਤਾ ਚੱਲੇਗਾ। ਸਾਨੂੰ ਬਸ ਥੋੜਾ ਜਿਹਾ ਬੇਸਿਕ ਡਿਫਰੈਂਸ ਪਤਾ ਹੋਣਾ ਚਾਹੀਦਾ ਹੈ ਕਿ ਕੋਵਿਡ ਦੇ ਪੁਰਾਣੇ ਵਾਇਰਸ ਔਰ ਜੋ ਨਿਊ ਵਾਇਰਸ ਹੈ ਉਹਦੇ ਸਿੰਪਟਮਸ ਔਰ ਉਹਦੇ ਬਾਕੀ ਚੀਜ਼ਾਂ ਦੇ ਵਿੱਚ ਬੇਸਿਕ ਡਿਫਰੈਂਸ ਕੀ ਹੈ। The next topic is talks today farmers firm on 4 demands। ਪਿਛਲੀ ਕੁਝ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਫਾਰਮਰਸ ਦੀਆਂ ਜਿਹੜੀਆਂ 4 ਡਿਮਾਂਡਸ ਸੀਗੀਆਂ ਉਹ ਤੁਹਾਡੇ ਨਾਲ ਡਿਸਕਸ ਕੀਤੀਆਂ ਸੀ, ਜਿਨ੍ਹਾਂ ਵਿੱਚ ਇੱਕ ਸੀ ਕਿ ਆਫਕੋਰਸ ਉਹ ਜਿਹੜੇ ਬਲੈਕ ਬਿਲਸ ਨੇ ਉਹਨਾਂ ਨੂੰ ਰਿਪੀਲ ਕੀਤਾ ਜਾਏ। ਨਾਲ ਦੀ ਨਾਲ ਉਹ ਇਲੈਕਟ੍ਰਿਸਿਟੀ ਦੇ ਬਿੱਲ ਤੇ ਵੀ ਅਮੈਂਡਮੈਂਟ ਦੀ ਡਿਮਾਂਡ ਕਰ ਰਹੇ ਸੀ। ਔਰ ਤੁਹਾਨੂੰ ਪਤਾ ਹੈ ਕਿ ਜਿਵੇਂ ਜੋ ਸਟਬਲ ਫਾਰਮਿੰਗ ਜੋ ਫਾਰਮਰਸ ਬਰਨਿੰਗ ਕਰਦੇ ਨੇ ਜਿਹਦੇ ਕਰਕੇ ਦਿੱਲੀ ਤੇ ਪੋਲਿਊਸ਼ਨ ਦਾ ਵਨ ਆਫ ਰੀਜ਼ਨ ਦੱਸਿਆ ਜਾਂਦਾ ਨੇ, ਉਸ ਤੇ 1 ਕਰੋੜ ਦਾ ਫਾਈਨ ਸੀ ਫਾਰਮਰਸ ਨੂੰ, ਉਸ ਨੂੰ ਵੀ ਹਟਾਉਣ ਦੀ ਮੰਗ ਕੀਤੀ ਗਈ ਸੀਗੀ। ਇਸ ਤਰੀਕੇ ਦੀਆਂ ਫਾਰਮਰਸ ਦੀਆਂ ਕੁਝ ਮੰਗਾਂ ਸੀ ਔਰ ਅੱਜ ਵੀ ਨਿਊਜ਼ ਆਈ ਹੈ ਕਿ ਸੈਂਟਰ ਨੇ ਕੁਝ 2 ਮੰਗਾਂ ਤੇ ਐਕਚੁਅਲੀ ਕੰਸੀਡਰੇਸ਼ਨ ਕੀਤੀ ਹੈ। ਸੋ ਇਹ ਕੱਲ ਦੇ ਨਿਊਜ਼ਪੇਪਰ 'ਚ ਸਾਨੂੰ ਪਤਾ ਲੱਗੇਗਾ। ਵੈਸੇ ਅੱਜ ਟਾਕਸ ਹੋਣੀਆਂ ਸੀ, ਬਸ ਇਸ ਬਾਰੇ ਇੰਨੀ ਹੀ ਗੱਲ ਕੀਤੀ ਗਈ ਹੈ। ਅੱਗੇ ਫਾਰਵਰਡ ਕਰੀਏ ਤੇ ਨੈਕਸਟ ਨਿਊਜ਼ ਇਜ਼ ਇੰਡੀਅਨ ਇਕੋਨਮੀ ਔਨ ਸਟਰੋਂਗ ਵਿਕਟ UN। ਤੁਹਾਨੂੰ ਪਤਾ ਹੈ UN ਇੱਕ ਵਨ ਆਫ ਅ ਵੈਰੀ ਇੰਪੋਰਟੈਂਟ ਆਰਗਨ ਹੈ ਵਰਲਡ ਦਾ, ਦੈਟ ਇਜ਼ ਯੂਨਾਈਟਿਡ ਨੇਸ਼ਨਸ। ਔਰ ਇਸ ਆਰਗਨ ਨੇ ਬੋਲਿਆ ਕਿ ਇੰਡੀਆ ਇਕੋਨਮੀ ਜੋ ਮਤਲਬ ਹੁਣ ਟਾਈਮ ਟੂ ਟਾਈਮ ਜੋ ਕੋਵਿਡ ਦੀ ਸਿਚੁਏਸ਼ਨ ਤੋਂ ਬਾਅਦ ਹੁਣ ਜੋ ਸਟਰੋਂਗਲੀ ਸਟਰੋਂਗਲੀ ਉੱਭਰ ਕੇ ਆ ਰਹੀ ਹੈ। ਜੋ ਗਰੋਥ ਰੇਟ ਹੈ ਇੰਡੀਆ ਦਾ ਉਹ ਕਾਫੀ ਵਧੀਆ ਸ਼ੋ ਹੋ ਰਿਹਾ ਕੰਪੈਰੇਟਿਵਲੀ ਸਾਊਥ ਏਸ਼ੀਅਨ ਨੇਸ਼ਨਸ ਦੀ ਗੱਲ ਕਰੀਏ। ਔਰ ਮੋਸਟਲੀ ਅਸੀਂ ਜੋ ਆਪਣੀ ICT ਸੈਕਟਰ ਹੈ, ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਐਂਡ ਟੈਕਨੋਲੋਜੀ ਸੈਕਟਰ ਦੇ ਵਿੱਚ ਵਧੀਆ ਪਰਫਾਰਮੈਂਸ ਦੇ ਰਹੇ ਹਾਂ। We are actually showing as a very fast growing telecom and digitally space ਦੇ ਵਿੱਚ ਅਸੀਂ ਕਾਫੀ ਵਧੀਆ ਪਰਫਾਰਮੈਂਸ ਦੇ ਰਹੇ ਹਾਂ and we are showing our good evolving nation, actually growing nation, fast growing nation। ਹੋਰ ਇਸ ਰਿਪੋਰਟ ਕਿੰਨੇ ਕੱਢੀ ਹੈ? that is foreign direct investment trends and outlook in Asia and Pacific 2020-21 ਰਿਪੋਰਟ ਵਿੱਚ ਇਹ ਸਭ ਕੁਝ ਬੋਲਿਆ ਗਿਆ ਹੈ। this was the news। ਪਰ ਫਰੈਂਡਸ ਅਸੀਂ ਇਹਦੇ ਵਿੱਚ ਹੁਣ ਕੀ ਧਿਆਨ 'ਚ ਰੱਖਣਾ ਹੈ ਕਿ ਜੋ ਇਹ ਰਿਪੋਰਟ ਹੈ ਉਸਦਾ ਨਾਮ ਕੀ ਸੀ ਤੇ ਇਹ ਰਿਪੋਰਟ UN ਦੀ ਕਿਹੜੀ ਕਮਿਸ਼ਨ ਕੱਢਦੀ ਹੈ। ਬਿਕੋਜ਼ ਡਾਇਰੈਕਟ ਕੁਐਸਚਨ ਆਉਂਦੇ ਨੇ, ਕਦੀ ਕਦੀ ਰਿਪੋਰਟ ਦਾ ਸਿੱਧਾ ਨਾਮ ਆ ਜਾਂਦਾ ਹੈ ਔਰ ਪੁੱਛਦੇ ਹੈ ਕਿ ਇਸ ਰਿਪੋਰਟ ਨੂੰ ਈਅਰਲੀ ਕਿਹੜੀ ਆਰਗੇਨਾਈਜੇਸ਼ਨ ਰਿਲੀਜ਼ ਕਰਦੀ ਹੈ। ਇਹ ਤਾਂ ਤੁਸੀਂ ਕਿਸੇ ਵੀ ਸਟੇਟ ਐਗਜ਼ਾਮ 'ਚ 1-2 ਕੁਐਸਚਨ ਇਸ ਟੌਪਿਕ ਤੇ ਜ਼ਰੂਰ ਪਾਓਗੇ। ਸੋ ਇਸ ਤਰੀਕੇ ਦੀਆਂ ਰਿਪੋਰਟਸ ਤੁਸੀਂ ਡੇਲੀ ਬੇਸਿਸ ਤੇ ਜਿਵੇਂ ਕਿ ਇਹ ਹੈ ਫਾਈਂਡ ਆਊਟ ਕਰ ਲੈਣਾ ਹੈ ਤੇ ਉਸ ਤੇ ਕੀ ਨੋਟਸ ਬਣਾ ਲੈਣੇ ਨੇ।
इसनों भी प्लीज नोट डाउन कर लेना फ्रेंड्स। द नेक्स्ट न्यूज़ जो है दैट इज आफ्टर यूपी एमपी इशू कन्वर्जन ऑर्डिनेंस। ਤੁਹਾਨੂੰ ਪਤਾ ਹੈ ਕਿ एमपी ने भी एक नया बिल पास किया है डेट इज एमपी रिलीजन कन्वर्जन बिल, और यूपी ने भी पहला एक बिल पास किया सी प्रोविजन ऑफ अनलॉफुल कन्वर्जन ऑफ रिलीजन ऑर्डिनेंस 2020। ये बिल्स का प्राइमरीली एक मोटिव है कि जो फ्रॉड करके ਵਿਆਹ करा के लोग कन्वर्ट करते ने, मतलब एक रिलीजन तो दूसरे रिलीजन तो, चाहे वो फ्रॉड दे वे नाल होए या फोर्सफुली होए, वो चीज़ ते मतलब वो अलाउड नहीं है, दैट विल बी पनिशेबल ऑफेंस, और उसनू घट्टो घट्ट 10 साल का सज़ा होएगी और 1 लाख दे नेड़े फाइन होएगा, एमपी बिल बोलता है। और यूपी का बिल तो पिछले महीने तो काफ़ी न्यूज़ च है, बिकॉज इस बिल के अंडर काफ़ी जो मैरिजेस होइयां सी, जो मुस्लिम और हिंदू मैरिजेस होइयां सी, उन्हां दे लोग बच्चियां नू मतलब कस्टडी च लिया गया सी, बिकॉज उन्होंने क्लेम किया जाता है कि ये मैरिजेस फ्रॉड सी, फोर्सफुल कन्वर्जन के बेसिस ते सी। सो ये बिल जो है उस मैरिज नू भी नल या वॉइड करार कर दिंदा है। सो स्टेट्स आर कमिंग अप विद सच काइंड ऑफ बिल्स बिकॉज काफ़ी मास लैवल ते कन्वर्जन हो रही सी फ्रॉम वन रिलीजन टू अनदर रिलीजन। देखो, और ऑन दी अदर हैंड जेकर असीं इस तरह के बिल्स की गल करिए तो बाकी दूसरा पॉइंट ये भी हुंदा है कि मैरिज करना इज एक्चुअली आर राइट। असी किसी नाल भी विआह कर सकते हैं, किसी भी रिलीजन च विआह कर सकते हैं, ये साडा फंडामेंटल राइट है, आर्टिकल 21 के अंडर आंदा है। सो इस करके इस सारिया चीज़ों का एक बहुत बड़ा कन्फ्लिक्ट चल रहा है कि गवर्नमेंट ये बिल्स के नाल कितना वैलिडिटी और कितना वैलिड प्रूव हो रहे ने, और ऑन दी अदर हैंड सिटीजनस के जो राइट्स ने वो मतलब किन्ने उन्होंने मिल रहे ने। सो दीज आर द topic of discussion still. So the another news is then will serve people but won't float party say रजनी। देखो, ਤੁਹਾਨੂੰ पता है कि रजनीकांत ने इस महीने ही अनाउंस किया सी कि जनवरी 1 ਨੂੰ ਉਹ ਪੋਲੀਟੀਕਲੀ ਆਪਣੀ ਪਾਰਟੀ ਦਾ ਨਾਮ ਰਿਲੀਜ਼ ਕਰਨਗੇ और ਪੋਲੀਟੀਕਲੀ ਇਨ ਫਰੰਟ ਲੈਵਲ ਤੇ ਗੇਮ ਖੇਡਣ ਨੂੰ ਆਣਗੇ, ਯੂ ਕੈਨ ਸੇ ਐਜ਼ ਅ ਪੋਲੀਟੀਕਲ ਪਰਸਨ। ਬਟ ਹੁਣ ਉਹਨਾਂ ਨੇ ਜਿਵੇਂ ਕਿ ਉਹ ਬਿਮਾਰ ਸੀ, ਉਹਨਾਂ ਦੀ ਸਿਹਤ ਸਹੀ ਨਹੀਂ ਸੀ, ਤੇ ਉਹਨਾਂ ਨੇ ਬੋਲਿਆ ਹੈ ਕਿ ਉਹ ਪੋਲੀਟੀਕਲੀ एक्टिव नहीं होंगे। उन्होंने बोला है कि ये मैं मतलब यू कैन से गॉड्स वार्निंग इज देयर कि अभी मैं पोलिटिकली एक्टिव ना होवा। सी दिस इज जस्ट न्यूज़, बट फिर भी तुहानू पता होना चाहिए क्योंकि दिस इज अ पार्ट ऑफ जीके, यू नेवर नो व्हाट काइंड ऑफ क्वेश्चन विल कम इन एग्जाम्स। सो द नेक्स्ट इज हाईएस्ट ट्रूथ वायलेशन ऑफ पाक दिस ईयर। ट्रूथ वायलेशन ਤੁਹਾਨੂੰ ਪਤਾ ਹੀ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਜੋ ਪਾਕਿਸਤਾਨ ਵੱਲੋਂ ਜੋ ਵਾਇਲੇਸ਼ਨ ਹੁੰਦੀ ਹੈ ਸਾਡੀ LOC ਬਾਰਡਰ ਦੀ ਜਾਂ ਫਿਰ ਇੰਟਰਨੈਸ਼ਨਲ ਬਾਰਡਰ ਦੀ, ਤੇ ਉਸਨੂੰ ਟਰੂਥ ਵਾਇਲੇਸ਼ਨ ਕਿਹਾ ਜਾਂਦਾ ਹੈ, ਔਰ ਇਹ ਇਸ ਸਾਲ 2020 ਦੇ ਵਿੱਚ ਸਭ ਤੋਂ ਜ਼ਿਆਦਾ ਸੀ। देखो फ्रेंड्स, हुण इत्थे मैं 2 टर्म्स यूज कीतियां, LOC दैट इज लाइन ऑफ कंट्रोल एंड इंटरनेशनल बॉर्डर। ਤੁਹਾਨੂੰ ਕਮੈਂਟ ਸੈਕਸ਼ਨ 'ਚ ਮੈਨੂੰ ਇਹ ਦੋਨਾਂ 'ਚ ਡਿਫਰੈਂਸ ਦੱਸਣਾ ਹੈ ਕਿ ਦੋਨਾਂ 'ਚ ਡਿਫਰੈਂਸ ਕੀ ਹੈ, ਬਿਕੋਜ਼ ਬੋਥ ਆਰ ਦ ਬਾਉਂਡਰੀਜ਼, ਬਟ ਅਸੀਂ ਕਿਤੇ LOC ਟਰਮ ਯੂਜ਼ ਕਰਦੇ ਹਾਂ ਔਰ ਕਿਤੇ ਇੰਟਰਨੈਸ਼ਨਲ ਬਾਰਡਰ ਟਰਮ ਯੂਜ਼ ਕਰਦੇ ਹਾਂ, ਕਿਉਂ? ਵੀ ਸ਼ੁੱਡ ਬੀ ਅਵੇਅਰ ਆਫ ਦਿਸ ਫੈਕਟ। ਸੋ ਚਲੋ ਫਰੈਂड्स, ਲੈਟਸ मूव फॉरवर्ड। अगले सैक्शन ते पेज नंबर 2 की गल करिए तो कुछ भी एज सच पॉइंट साडे एग्जाम पॉइंट ऑफ व्यू तो न्यूज़ नहीं है, तुसीं जस्ट यू कैन ग्लांस दिस पेपर। एंड दैन पेज नंबर 3 ते भी कुछ न्यूज़ नहीं है। सिद्धू इन सूप अगेन दिस टाइम ओवर पिक्स, एज सच दीज आर जस्ट न्यूज़, यू नो we should ignore it because otherwise the newspaper पूरा कुछ ना कुछ गल्लां नाल भरिया हुंदा है। असीं जरूर ये ध्यान च रखना है कि साडे एग्जाम पॉइंट ऑफ व्यू तो किहड़ी न्यूज़ इंपॉर्टेंट है। सो इन पंजाब कॉलम ते देयर वाज अ न्यूज़ प्रिंसिपल एडमिनिस्ट्रेशन ऑफिसर आदर्श स्कूल रिमूव्ड। देखो, न्यूज़ ते एक्चुअली इसलिए है कि उन्होंने फ्रॉड किया है, बट असी इस न्यूज़ तो की पॉइंट नू याद रखना है। हेयर दे आर टॉकिंग अबाउट PPP मोड। सानू पता है कि इकोनॉमिक्स का वन ऑफ अ टॉपिक इज मॉडल्स, ते उहदे विच PPP मोड का मतलब हुंदा पब्लिक प्राइवेट पार्टनरशिप। PPP मोड विच गल करिए ਤਾਂ ਪਤਾ ਜਿਸ ਟਾਈਮ ਕੋਈ ਗਵਰਨਮੈਂਟ ਔਰ ਪ੍ਰਾਈਵੇਟ ਆਰਗੇਨਾਈਜੇਸ਼ਨ ਮਿਲ ਕੇ ਕੋਈ ਫਰਮ ਨੂੰ ਬਣਾਉਂਦੇ ਨੇ ਤੇ ਅਸੀਂ ਉਸ ਨੂੰ PPP ਮੋਡ ਕਿਹਾ ਜਾਂਦਾ। ਜਿਵੇਂ ਇਹਨਾਂ ਨੇ ਇਹ ਸਕੂਲ ਜਿਹੜੇ ਆਦਰਸ਼ ਸਕੂਲ ਨੇ, ਇਹਨਾਂ ਨੇ PPP ਮੋਡ ਵਿੱਚ ਕੰਸਟਰਕਟ ਕੀਤੇ ਹੈ। ਇਹਨਾਂ ਦੀ ਮੈਨੇਜਮੈਂਟ, ਇਹਨਾਂ ਦਾ ਐਡਮਿਨਿਸਟ੍ਰੇਸ਼ਨ PPP ਮੋਡ ਵਿੱਚ ਚੱਲਦਾ ਹੈ। 30:70 ਦੇ ਨਾਲ, ਮਤਲਬ
30% जो है वो प्राइवेट ऑर्गेनाइजेशन पैसा ਦਿੰਦੀ ਹੈ ਔਰ 70% ਜੋ ਹੈ ਉਹ ਸਟੇਟ ਗਵਰਨਮੈਂਟ ਪੈਸਾ ਦਿੰਦੀ ਹੈ। ਸੋ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਐਟਲੀਸਟ ਕੁਝ ਮੋਡਸ ਦਾ ਨਾਮ ਜ਼ਰੂਰ ਦੱਸੋ, ਜਿਵੇਂ ਮੈਂ ਤੁਹਾਨੂੰ ਦੱਸਦੀ ਹਾਂ BOT is there, BOT, BOAT, such kind of models are there in our economy ਜੋ ਸਾਨੂੰ ਪਤਾ ਹੋਣੇ ਚਾਹੀਦੇ ਨੇ। You should be aware of such terms. So next is ਬਾਕੀ ਇਸ ਪੇਜ ਤੇ ਐਸਾ ਕੁਝ ਨਹੀਂ ਹੈ। ਹਰਿਆਣਾ ਵਾਲੇ ਪੇਜ ਦੇ ਵਿੱਚ ਵੀ ਮੈਨੂੰ ਐਸਾ ਕੁਝ ਇੰਪੋਰਟੈਂਟ ਨਹੀਂ ਮਿਲਿਆ। ਸੋ ਐਜ਼ ਵੀ ਆਰ ਇਗਨੋਰਿੰਗ ਦ ਐਡੀਟੋਰੀਅਲਸ ਬਿਕੋਜ਼ ਇਹ ਬਹੁਤ ਲੰਬਾ ਸੈਸ਼ਨ ਹੋ ਜਾਏਗਾ ਅਦਰਵਾਈਜ਼। ਜੇ ਤੁਹਾਨੂੰ ਐਡੀਟੋਰੀਅਲ ਦੀ ਡਿਸਕਸ਼ਨ ਵੀ ਚਾਹੀਦੀ ਹੈ ਤੁਸੀਂ ਮੈਨੂੰ ਕਮੈਂਟ 'ਚ ਦੱਸੋ, ਮੈਂ ਪ੍ਰੋਪਰ ਐਡੀਟੋਰੀਅਲ ਵਿਦ ਈਚ ਐਂਡ ਐਵਰੀ ਪੈਰਾਮੀਟਰ ਆਫ ਅ ਪਰਟੀਕੂਲਰ ਨਿਊਜ਼ ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ। ਸੋ ਨੈਕਸਟ ਹਿਮਾਚਲ ਪ੍ਰਦੇਸ਼ ਤੇ ਵੀ ਕੁਝ ਐਸਾ ਸਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਨਿਊਜ਼ ਨਹੀਂ ਹੈ। ਹੁਣ ਜੰਮੂ ਐਂਡ ਕਸ਼ਮੀਰ ਤੇ ਆਈਏ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਗੱਲ ਕਰਦੇ ਹਾਂ ਲਦਾਖ ਗੈਟਸ ਓਨ ਮੈਟ ਸੈਂਟਰ। ਇੱਥੇ ਮੈਟ ਕੀ ਹੈ, ਮੈਟਰੀਓਲੋਜੀਕਲ ਸੈਂਟਰ ਦੀ ਗੱਲ ਹੋ ਰਹੀ ਹੈ। ਲਦਾਖ ਤੁਹਾਨੂੰ ਪਤਾ ਹੈ ਕਿ ਇਜ਼ ਵਨ ਆਫ ਯੂਟੀ ਨਾਓ ਔਰ ਇਹਦੇ ਵਿੱਚ ਇੱਕ ਲੋਕਲ ਲੈਵਲ ਤੇ ਇੱਕ ਸੈਂਟਰ ਕੰਸਟਰਕਟ ਕੀਤਾ ਹੈ ਮਿਨਿਸਟਰੀ ਆਫ ਅਰਥ ਸਾਇੰਸ ਨੇ। ਦੇਖੋ ਫਰੈਂਡਸ ਮੈਂ IMD ਦੀ ਤੁਹਾਨੂੰ ਪਿਛਲੀ ਕੁਝ ਨਿਊਜ਼ ਦੇ ਵਿੱਚ IMD ਪੂਰੀ ਆਰਗੇਨਾਈਜੇਸ਼ਨ ਦੀ ਐਕਸਪਲੇਨੇਸ਼ਨ ਦੱਸੀ ਸੀ, ਕਿਸ ਮਿਨਿਸਟਰੀ ਅੰਡਰ ਆਂਦਾ ਹੈ, ਇਹਨਾਂ ਦਾ ਰੋਲ ਕੀ ਹੁੰਦਾ ਹੈ, ਠੀਕ ਹੈ ਫਰੈਂਡਸ। ਔਰ ਇਸੇ ਕੁਐਸਚਨ ਡਾਇਰੈਕਟ ਆਉਂਦੇ ਨੇ। ਹੁਣ ਦੇਖੋ ਉਹਦੇ ਨਾਲ ਹੀ ਰਿਲੇਟਡ ਇੱਕ ਨਿਊਜ਼ ਆ ਗਈ ਕਿ ਲਦਾਖ ਦੇ ਵਿੱਚ ਮੈਟਰੀਓਲੋਜੀਕਲ ਸੈਂਟਰ ਲੋਕਲ ਲੈਵਲ ਤੇ ਬਣਿਆ ਹੈ ਬਿਕੋਜ਼ ਤੁਹਾਨੂੰ ਪਤਾ ਹੈ ਠੰਡ ਹੈ ਔਰ ਉਹਨਾਂ ਦੇ ਵੈਦਰ ਕੰਡੀਸ਼ਨਸ ਕਾਫੀ ਐਕਸਟ੍ਰੀਮ ਹੋ ਜਾਂਦੇ ਨੇ ਔਰ ਕਾਫੀ ਡਿਫਰ ਹਨ ਫਰੋਮ ਰੈਸਟ ਆਫ ਦ ਕੰਟਰੀ। ਸੋ ਇਹੋ ਜਿਹੇ ਮੈਟਰੀਓਲੋਜੀਕਲ ਸੈਂਟਰਸ ਉਸ ਚੀਜ਼ ਦੀ ਪਹਿਲਾਂ ਪ੍ਰੈਡਿਕਸ਼ਨ ਕਰ ਦੇਣਗੇ, ਠੀਕ ਹੈ ਫਰੈਂਡਸ। ਹੋਰ ਇਸ ਤੋਂ ਇਲਾਵਾ ਸਾਨੂੰ ਜੋ ਪਤਾ ਹੋਣਾ ਚਾਹੀਦਾ ਡੈਟ ਇਜ਼ ਕਿ ਲਦਾਖ ਦਾ ਆਪਣਾ ਮੈਟਰੀਓਲੋਜੀਕਲ ਸੈਂਟਰ ਹੈ ਔਰ ਲਦਾਖ ਰੀਜਨ ਔਰ ਜੰਮੂ ਐਂਡ ਕਸ਼ਮੀਰ ਰੀਜਨ ਪਿਛਲੇ ਸਾਲ ਪੂਰਾ ਸਾਲ ਹੀ ਕਿਸੇ ਨਾ ਕਿਸੇ ਰੀਜ਼ਨ ਤੋਂ ਨਿਊਜ਼ 'ਚ ਰਿਹਾ। ਸੋ ਪੂਰੇ ਰੀਜ਼ਨ ਦੀ ਸਾਨੂੰ ਜੋਗ੍ਰਾਫੀ, ਟੋਪੋਗ੍ਰਾਫੀ ਐਵਰੀਥਿੰਗ ਵੀ ਸ਼ੁੱਡ ਬੀ ਅਵੇਅਰ ਬਿਕੋਜ਼ ਇਸ ਸਾਲ ਵੀ ਇੱਕ ਦੇ ਸੈਂਟਰ ਦੇ ਐਗਜ਼ਾਮ ਦੇ ਵਿੱਚ ਡਾਇਰੈਕਟ ਉਸ ਦੀ ਇੱਕ ਲੇਕ ਬਾਰੇ ਪੁੱਛਿਆ ਗਿਆ ਸੀ, ਇੱਕ ਰੇਂਜ ਬਾਰੇ ਪੁੱਛਿਆ ਗਿਆ ਸੀ। ਹੁਣ ਇੰਪੋਰਟੈਂਟ ਪੈਂਗੋਂਗ ਲੇਕ ਰਹੀ ਹੈ ਨਿਊਜ਼ 'ਚ ਪੂਰਾ ਸਾਲ, ਤੁਹਾਨੂੰ ਪਤਾ ਹੈ ਬਿਕੋਜ਼ ਇੰਡੀਆ ਚਾਈਨਾ ਦਾ ਫੇਸ ਆਫ ਚੱਲ ਰਿਹਾ ਸੀ ਇਸ ਲੇਕ 'ਚ ਔਰ ਇਹ ਲੇਕ 'ਚ ਬੜੀ ਕਲੋਜ਼ ਹੈ ਚੁਸ਼ਲ ਵੈਲੀ ਦੇ, ठीक है फ्रेंड। चुशल वैली भी इसी रीजन ते है। लेक जो है ईस्ट साइड ऑफ जम्मू एंड कश्मीर है और लैंडलॉक्ड लेक है। इस तरीके नाल तुहानू जिवें जास्कर रेंज, कारगिल कित्थे है, द्रास कित्थे है, सॉरी इहो जे सारे रीजनस का पता होना चाहिए है। वो जोग्राफी और वो टोपोग्राफी पर्टिकुलरली जरूर पढ़ लेना फ्रेंड्स, ठीक है। इस तो इलावा जेकर असी लास्ट कॉलम की गल करिए और इस पेज ते कुछ नहीं है, इस तो अगे चलिए ਤਾਂ ਇੱਕ ਇੰਪੋਰਟੈਂਟ ਨਿਊਜ਼ ਹਾਂਜੀ ਇੱਥੇ ਨੈਕਸਟ ਪੇਜ ਤੇ ਵਰਲਡ ਪੇਜ ਤੇ ਸਾਨੂੰ ਮਿਲਦੀ ਹੈ। ਦੇਖੋ ਐਮਰਜੈਂਸੀ ਵੈਕੇਸ਼ਨ ਡਰਾਈਵ ਬਿਗਨ ਇਨ ਵੁਹਾਨ, ਸਾਨੂੰ ਪਤਾ ਹੈ ਕਿ ਹੁਣ ਹਰ ਕੰਟਰੀ ਦੇ ਹਰ ਵਰਲਡ ਦੇ ਵਿੱਚ ਹਰ ਲੈਵਲ ਤੇ ਐਕਚੁਅਲੀ ਮੈਡੀਸਿਨਸ ਦੀ ਜੋ ਹੈ ਵੈਕਸੀਨੇਸ਼ਨ ਲਈ ਡਰਾਈਵਸ ਚੱਲ ਰਹੀਆਂ ਨੇ। ਸਾਨੂੰ ਵੀ ਪਤਾ ਇੰਡੀਆ ਦੇ ਵਿੱਚ ਵੀ ਕੁਝ ਪਾਰਟਿਕੂਲਰ ਸਟੇਟਸ ਦੇ ਵਿੱਚ ਪਰ ਕੱਲ ਦੀ ਗੱਲ ਹੈ ਜਾਂ ਪਰਸੋਂ ਦੀ ਗੱਲ ਹੈ ਕਿ ਡਰਾਈ ਰਨ ਹੋਏ ਸੀ ਔਰ ਪੰਜਾਬ ਵੀ ਉਹਨਾਂ ਵਿੱਚੋਂ ਇੱਕ ਸਟੇਟ ਸੀ। ਔਰ ਇਸ ਤਰੀਕੇ ਦੀਆਂ ਹਰ ਲੈਵਲ ਤੇ ਹੁਣ ਚੀਜ਼ਾਂ ਚੱਲ ਰਹੀਆਂ। EU ਨੇ ਵੀ ਤੁਹਾਨੂੰ ਪਤਾ ਹੈ ਕਿ ਯੂਰਪ ਦੇ ਵਿੱਚ ਵੈਕਸੀਨਸ ਨੂੰ ਡਿਸਟ੍ਰੀਬਿਊਟ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਲੈਵਲਸ ਤੇ, ਪਾਰਟਿਕੂਲਰਲੀ ਕੰਟਰੀਜ਼ ਨੇ ਵੀ ਸ਼ੁਰੂ ਕਰ ਦਿੱਤਾ ਹੈ, ਅਮਰੀਕਾ ਨੇ ਵੀ ਸ਼ੁਰੂ ਕਰ ਦਿੱਤਾ ਹੈ। ਸੋ ਇਹੋ ਜਿਹੀ ਨਿਊਜ਼ ਆਉਂਦੀਆਂ ਰਹਿਣਗੀਆਂ। ਚਲੋ ਇੰਪੋਰਟੈਂਟ ਨਿਊਜ਼ ਦੀ ਗੱਲ ਕਰੀਏ। ਦੇਖੋ 1800 ਰੋਹਿੰਗਿਆ ਸ਼ਿਫਟਡ ਟੂ ਆਈਲੈਂਡ। ਹੁਣ ਕਿਹੜੇ ਆਈਲੈਂਡ ਤੇ ਸ਼ਿਫਟ ਹੋਏ ਨੇ? ਇਹ ਸ਼ਿਫਟ ਹੋਏ ਨੇ ਬਸੰਚਰ ਆਈਲੈਂਡ ਦੇ ਵਿੱਚ। ਇਹ ਕਾਫੀ ਟਾਈਮ ਪਹਿਲਾਂ ਵੀ ਉਹਨਾਂ ਨੇ ਬਹੁਤ ਸਾਰੇ ਇਸ ਤਰੀਕੇ ਦੇ ਰੋਹਿੰਗਿਆਸ ਜੋ ਸੀਗੇ ਉਹਨਾਂ ਨੂੰ ਸ਼ਿਫਟ ਕੀਤਾ ਸੀਗਾ ਬਸੰਚਰ ਆਈਲੈਂਡ 'ਚ ਪਹਿਲਾਂ ਵੀ। ਇਹ ਐਕਚੁਅਲੀ ਲੋ ਲਾਈਂਗ ਆਈਲੈਂਡ ਹੈ, ਇਸ ਨੂੰ ਚਾਰਪੀਆ ਵੀ ਬੋਲਿਆ ਜਾਂਦਾ ਹੈ ਔਰ ਇਹ ਐਕਚੁਅਲੀ ਹਿਮਾਲਯਨ ਸਿਲਟ ਤੋਂ ਫਰੇਮ ਹੁੰਦਾ ਹੈ। ਬਹੁਤ ਟੈਂਪਰੇਰੀ ਜਿਹਾ ਹੈ, 2006 'ਚ ਹੀ ਇਹ ਐਕਚੁਅਲੀ ਕੰਸਟਰਕਟ ਹੋਇਆ। ਸਿਲਟ ਦਾ ਮਤਲਬ ਤੁਸੀਂ ਸਮਝਦੇ ਹੋ ਨਾ ਕਿ ਜਿਵੇਂ ਜਿਹੜੀਆਂ ਨਦੀਆਂ ਨੇ, ਜਿਵੇਂ ਸਾਨੂੰ ਪਤਾ ਬ੍ਰਹਮਪੁੱਤਰਾ ਆਂਦੀ ਹੈ, ਗੰਗਾ ਆਂਦੀ ਹੈ ਔਰ ਬੇ ਆਫ ਬੰਗਾਲ 'ਚ ਆ ਕੇ ਮਰਜ ਕਰਦੀਆਂ ਨੇ, ਉੱਥੇ ਫਿਰ ਉਹ ਮਿੱਟੀ ਵੀ ਆਪਣੀ ਨਾਲ ਦੀ ਨਾਲ ਲੈ ਕੇ ਆਉਂਦੀਆਂ ਨੇ ਤੇ ਉਹ ਮਿੱਟੀ ਇਕੱਠੀ ਹੁੰਦੀ ਰਹਿੰਦੀ ਹੈ ਟਾਈਮ ਦੇ ਟਾਈਮ ਤੇ ਉਹ ਸਿਲਟ ਜੋ ਹੈ ਇੱਕ ਆਈਲੈਂਡ ਦੇ ਫਾਰਮ ਵਿੱਚ ਕੰਸਟਰਕਟ ਹੋ ਗਿਆ। ਹੁਣ ਉਸ ਆਈਲੈਂਡ ਦੇਖੋ ਤੁਸੀਂ ਖੁਦ ਸੋਚ ਸਕਦੇ ਹੋ ਕਿੰਨੀ ਟੈਂਪਰੇਰੀ ਜੀ ਜਗ੍ਹਾ ਹੈ, ਬਟ ਉਸ ਜਗ੍ਹਾ ਦੇ ਵਿੱਚ ਹੁਣ ਜੋ ਬੰਗਲਾਦੇਸ਼ ਹੈ ਫੋਰਸਫੁਲੀ ਹੀ ਕਹਿ ਲਓ ਜਾਂ ਵਿਲਿੰਗਲੀ ਵਿਚਾਰੇ ਮਜਬੂਰ ਜੋ ਰੋਹਿੰਗਿਆਜ਼ ਨੇ ਉਹਨਾਂ ਨੂੰ ਉੱਥੇ ਸ਼ਿਫਟ ਕਰ ਰਹੀ ਹੈ ਬਿਕੋਜ਼ ਬੰਗਲਾਦੇਸ਼ ਇਜ਼ ਇਟਸੈਲਫ ਅ ਵੈਰੀ ਓਵਰ ਪੋਪੂਲੇਟਿਡ ਕੰਟਰੀ।
सो शिफ्ट कर रहे हैं बहुत जो ह्यूमन राइट कमीशन वाले हैं वर्ल्ड लेवल ते जो ह्यूमन राइट्स दे फॉलोअर्स ने और जो सपोर्ट करते ने वो सारे इस जो स्टेप ਨੂੰ काफी अगेंस्ट ने बट दे आर डूइंग दिस थे और ए जो आइलैंड है काफी फ्लड प्रोन आइलैंड भी है मतलब तुम खुद समझ सकते हो आसे पासे पानी पानी है और कितना सेंसिटिव एरिया है कितना डेलिकेट एरिया है कभी भी कोई भी मतलब हादसा वापर सकता है सो सच इशूज आर देयर सो तुसी बशनचार आइलैंड बारे पढ़ना है और जो बे ऑफ बंगाल ਦੇ ਵਿੱਚ ਕਿਹੜੀਆਂ ਰਿਵਰਸ ਫਾਲ ਕਰਦੀਆਂ ਨੇ ਉਹਨਾਂ ਦੇ ਨਾਮ ਜਦੋਂ ਚੇਂਜ ਹੁੰਦੇ ਨੇ ਕਿੱਥੇ ਚੇਂਜ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਵੀ ਤੁਸੀਂ ਜ਼ਰੂਰ ਨੋਟ ਡਾਊਨ ਕਰ ਲੈਣਾ ਹੈ सो द नेक्स्ट बाद जो स्पोर्ट्स कॉलम है उस तो बाद नेक्स्ट जो चीज है बैक पेज से जो इंपॉर्टेंट न्यूज मैनू मिली सी दैट इज प्रधानमंत्री अटैक्स प्रीवियस गवर्नमेंट फॉर डिले इन फ्रीट कॉरिडोर प्रोजेक्ट ਤੁਹਾਨੂੰ पता है कि फ्रीट कॉरिडोर प्रोजेक्ट मिशन जो है प्रधानमंत्री जी ने चलाया सी और डिले हो रहा सी प्रोसैस ते हुणे इन्होंने रीसेंटली लॉन्च किया है खुरजा भुआपुर सेक्शन ऑफ ईस्टर्न डेडिकेट फ्रीट कॉरिडोर ਤੁਹਾਨੂੰ पता है कि एक वेस्टर्न और ईस्टर्न डेडिकेट फ्रीट कॉरिडोर जो है वो कंस्ट्रक्शन मोड च है लुधियाना तो उन्होंने शुरू ईस्टर्न जो डेडिकेटेड फ्रीट कॉरिडोर है लुधियाना तो शुरू होना है और कलकत्ता तक जाना है कंस्ट्रक्ट होना है और यूपी दे इस रीजन दी कंस्ट्रक्शन जो है वो ऑपरेशन जो है ट्रेन दी स्टार्ट की है इनॉग्रेशन की है प्रधानमंत्री नरेंद्र मोदी जी ने सो इस तरीके नाल तुहानू पता होना चाहिए है कि वेस्टर्न जो कॉरिडोर है वो किस जगह तो लैके गुजरात दे चलो मैं तुहानू दस दिंदी हां कि गुजरात दे किस जगह ते नाम दस्सियो तुसी मैनू कमेंट सैक्शन च कि गुजरात ते किस जगह ते आके वो खत्म हो गई है सच कॉरिडोर्स दा प्लान जो है साडी गवर्नमेंट कर रही है एंड कंस्ट्रक्ट भी कर रही है टू टाइम सो द नेक्स्ट न्यूज इज न्यू फेज ऑफ इलैक्टोरल बॉन्ड्स इन जनवरी देखो फ्रेंड्स तुहानू भी पता है कि 2018 विच इलैक्टोरल बॉन्ड्स दा जो आइडिया सी वो गवर्नमेंट लैके आई सी तो उन्होंने इंप्लीमेंट करना भी शुरू कर दिता सी हुण सब तो पहला तुहानू पता होना चाहिए कि इलैक्टोरल बॉन्ड्स की चीज है तो एक सिक्योरिटीज हुंदियां जो आम इंसान जो है बंदा है कोई उसने मतलब अगर पोलिटिकल पार्टी नू कुछ फंड्स देने हैं तो डायरैक्ट नहीं दे सकता पैसे के रूप च नहीं दे सकता बॉन्ड्स के रूप विच दे सकते हैं तो उन्होंने इलैक्टोरल बॉन्ड्स कहते हैं पार्टी वो बॉन्ड्स लै लेंदे ने और इन्हां तो पर्टिकुलर टाइम ते वो बॉन्ड्स नू विद इन अ स्लॉट ऑफ दैट टाइम वो बॉन्ड्स नू मतलब पैसे दी फॉर्म विच रिलीज कर सकते ने और ये सब कुछ इको बैंक राही हो रहा है दैट इज SBI ये एग्जाम्स दे विच डायरैक्ट क्वेश्चन आ सकता है कि केड़ी अथॉरिटी है जो बॉन्ड्स नू इशू करदी है जो इलैक्टोरल बॉन्ड्स नू इशू करदी है केड़ा बैंक है और की इको ही बैंक है कि मोर देन वन बैंक है तो सो मैनी क्वेश्चंस कैन बी फ्रेम्ड ऑन अ पर्टिकुलर दिस इंफॉर्मेशन सो द आंसर स्टेट बैंक ऑफ इंडिया है ते ਇਹ ਸਾਰੀਆਂ मतलब 2017 ਦੇ ਵਿੱਚ ਫਾਈਨਾਂਸ ਬਿੱਲ ਸੀਗਾ ਜਿਹਨੇ ਕਿਹਾ ਸੀ ਕਿ ਇਲੈਕਟੋਰਲ ਬੌਂਡ ਸਕੀਮ ਨੂੰ ਅਸੀਂ ਫਰੇਮ ਕਰਾਂਗੇ ਔਰ ਇਹ ਨੋਟੀਫਾਈ ਹੋਇਆ ਸੀ 2018 ਵਿੱਚ ਐਂਡ ਹੁਣ ਇੱਕ ਟਾਈਮ ਸਲੋਟ ਹੁੰਦਾ ਤੁਹਾਨੂੰ ਇਹ ਵੀ ਪਤਾ ਹੋਏਗਾ ਕਿ ਕੁਝ ਪਾਰਟਿਕੂਲਰ ਮਲਟੀਪਲਾਈ ਦੇ ਵਿੱਚ ਹੀ ਤੁਸੀਂ ਇਹ ਬੌਂਡਸ ਕ੍ਰੀਏਟ ਕਰ ਸਕਦੇ ਹੋ ਜਿਵੇਂ 1000 10000 1 ਲੱਖ ਸਮਥਿੰਗ ਲਾਈਕ दैट और पर्टिकुलर स्लॉट कुछ 2 ਮਹੀਨੇ ਛੱਡ ਕੇ ਹੀ SBI ਜੋ ਹੈ ਬੌਂਡਸ ਨੂੰ ਵੇਚਣ ਦੀ ਪਰਮਿਸ਼ਨ ਦਿੰਦੀ ਹੈ ਖਰੀਦਣ ਦੀ ਪਰਮਿਸ਼ਨ ਦਿੰਦੀ ਹੈ ਸੋ ਤੁਸੀਂ ਇਹ ਬੌਂਡਸ ਤੇ ਰਿਗਾਰਡਿੰਗ ਇਲੈਕਟੋਰਲ ਬੌਂਡ ਸਕੀਮ ਨੂੰ ਡਿਟੇਲ ਚ ਵੀ ਸਟੱਡੀ ਕਰ ਸਕਦੇ ਹੋ ਸੋ ਦਿਸ ਵਾਸ ਐਕਚੁਅਲੀ ਦ ਇੰਪੋਰਟੈਂਟ ਨਿਊਜ਼ ਜੋ ਅੱਜ ਦੇ ਨਿਊਜ਼ਪੇਪਰ ਵਿੱਚ ਆਈਆਂ ਸੀ ਤੁਸੀਂ ਵੀ ਵੇਖਿਆ ਹੋਏਗਾ ਕਿ ਦੇਖੋ ਅਸੀਂ ਛੋਟੇ ਜਿਹੇ ਨਿਊਜ਼ ਦੇ ਆਰਟੀਕਲ ਤੋਂ ਕਿਵੇਂ ਆਪਣੇ ਲਈ ਇੰਪੋਰਟੈਂਟ पॉइंट कढ़ लीदा आराम दे नाल कि हाँ जी ये तो क्वेश्चन फ्रेम हो सकता है वाइल रीडिंग एनीथिंग चाहे वो न्यूज़पेपर होए या चाहे कोई होर टॉपिक होए जो तुम डेली बेसिस ते पढ़ते हो ट्राई टू फाइंड आउट द क्वेश्चंस विच यू कैन फ्रेम एंड एक्सपेक्टेड क्वेश्चंस ऑल्सो प्रीवियस ईयर तो ऑल्सो यू कैन इवैल्यूएट कि वट काइंड ऑफ क्वेश्चंस आर बेस्ड ऑन सच थिंग्स सो ये नाल ही इस तरीके नाल ही तैयारी होंदी है फ्रेंड डेली बेसिस ते चलो तुहाडा बहुत बहुत धन्नवाद मेरी वीडियो नूं सुनन लई और मैनूं सपोर्ट करन लई थैंक यू वेरी मच